ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਤੀਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ ਤੀਜਾ ਭਾਗ। ਕਾਗੋਂ ਹੋਏ ਨਾ ਉਜਲਾ। ਚੌਥਾ ਭਾਗ। ਸਤਿਗੁਰੂ ਜੀ ਵੀ ਕਾਗੋਂ ਹੰਸ ਬਣਾਉਂਦੇ ਹਨ ਪਰ। ਅਤੇ ਭਾਗ ਪੰਜਵਾਂ। ਹੋਰ ਅਰਥਾਂ ਵਿੱਚ ਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਲਾ ਕਾਂ ਚਿੱਟਾ ਹੋ ਸਕਣ ਵਾਲੀ ਸੰਭਾਵਨਾ ਨੂੰ ਗੁਰਬਾਣੀ ਰੱਦ ਕਰਦੀ ਹੈ। ਤੀਸਰੇ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ ਕਿ ਜਿਵੇਂ ਨਿਰੇ ਲੋਹੇ ਦੀ ਬੇੜੀ ਬਣਾ ਕੇ ਕੋਈ ਮਨੁੱਖ ਦਰਿਆ ਆਦਿ ਦੇ ਪਾਰਲੇ ਕੰਢੇ ਨਹੀਂ ਪਹੁੰਚ ਸਕਦਾ, ਭਾਵ ਲੋਹੇ ਦੀ ਬੇੜੀ ਪਾਣੀ 'ਤੇ ਬਹੁਤਾ ਚਿਰ ਨਹੀਂ ਧਰ ਸਕਦੀ, ਇਸੇ ਤਰ੍ਹਾਂ ਹੀ ਕਾਲਾ ਕਾਂ ਕਦੇ ਵੀ ਚਿੱਟਾ ਹੰਸ ਨਹੀਂ ਬਣ ਸਕਦਾ। ਅਜਿਹਾ ਹੋਣਾ ਪ੍ਰਕਿਰਤਕ ਨਿਯਮਾਂ ਦੇ ਵਿਰੁੱਧ ਹੈ। ਕਾਗੋਂ ਹੋਏ ਨਾ ਉਜਲਾ, ਲੋਹੇ ਨਾਵ ਨਾ ਪਾਰ। ਪੰਨਾ 1099। ਮਾਇਆ ਉਗਰਾਉਣ ਲਈ ਬੜੇ ਉਪਦੇਸ਼ਕ ਅਥਵਾ ਡੇਰੇਦਾਰ ਬੜੇ ਭਰਮਾਊ ਸ਼ਬਦਾਂ ਵਿੱਚ ਗੁਰੂ ਸੰਗਤ ਨੂੰ ਰਜਨੀ ਦੀ ਸਾਖੀ ਸੁਣਾਉਂਦਿਆਂ ਕਹਾਣੀ ਦੇ ਹਰ ਪੱਖ ਨੂੰ ਸੱਚਾ ਸਿੱਧ ਕਰਨ ਦਾ ਪੂਰਾ ਟਿੱਲ ਲਾ ਰਹੇ ਹੁੰਦੇ ਹਨ ਅਤੇ ਆਪਣੀ ਦਲੀਲ ਦੀ ਪੁਸ਼ਟੀ ਵਿੱਚ ਇਹ ਕਹਿਣ ਦਾ ਪਾਪ ਕਰਦੇ ਹਨ ਕਿ ਇਸ ਸਾਕੇ ਦਾ ਵਰਣਨ ਗੁਰੂ ਰਾਮਦਾਸ ਜੀ ਨੇ ਗੁਰਬਾਣੀ ਵਿੱਚ ਇਉਂ ਕੀਤਾ ਹੈ ਅਤੇ ਹੇਠ ਲਿਖੀ ਤੁਕ ਪੜ੍ਹ ਕੇ ਜਾਂ ਸੁਰੀਲੀ ਸੁਰ ਵਿੱਚ ਗਾ ਕੇ ਸੁਣਾਉਂਦੇ ਹਨ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੇ ਕਊਆ ਹੰਸ ਹੋਹੈ। ਨਾਨਕ ਧੰਨ ਧੰਨ ਵੱਡੇ ਵਡਭਾਗੀ, ਜਿਨ ਗੁਰਮਤਿ ਨਾਮ ਹਿਰਦੇ ਮਲ ਧੋਹੈ। ਪੰਨਾ 493। ਇਸ ਤੁਕ ਦੇ ਅਰਥ ਵੀ ਉਸੇ ਤਰ੍ਹਾਂ ਦੇ ਕਰਦੇ ਹਨ ਜਿਸ ਤੋਂ ਉਹਨਾਂ ਦੀ ਦਲੀਲ ਸੱਚੀ ਮੰਨੀ ਜਾਏ। ਨਵੀਂ ਦਿੱਲੀ ਦੇ ਸਪਤਾਹਕ ਰਸਾਲੇ ਲੋਕ ਦਰਸ਼ਨ ਦੇ ਐਡੀਟਰ ਸਾਹਿਬ ਗਿਆਨੀ ਭਗਤ ਸਿੰਘ ਜੀ ਨੇ ਆਪਣੀ ਪੁਸਤਕ ਸਿਫਤੀ ਦਾ ਘਰ ਸਫਾ 63 ਤੇ ਇੱਕ ਅਚਰਜ ਕੌਤਕ ਸਰਲੇਖ ਹੇਠ ਬੀਬੀ ਰਜਨੀ ਦੀ ਕਹਾਣੀ ਲਿਖਦਿਆਂ ਗੁਰਬਾਣੀ ਦੀ ਇਹੀ ਤੁਕ ਵਰਤੀ ਹੋਈ ਹੈ। ਜੇ ਇਸ ਤੋਂ ਪਹਿਲੀ ਤੁਕ ਵੀ ਨਾਲ ਵਿਚਾਰ ਲਈ ਜਾਂਦੀ ਤਾਂ ਅਸਲੀਅਤ ਸਾਫ਼ ਹੋ ਜਾਂਦੀ, ਪਰ ਜਦ ਕਹਾਣੀ ਨੂੰ ਸੱਚੀ ਸਿੱਧ ਕਰਨ ਲਈ ਸਤਿਗੁਰਾਂ ਦੀ ਮੋਹਰ ਲਵਾਈ ਜਾਣੀ ਜ਼ਰੂਰੀ ਮੰਨ ਲਈ ਹੋਵੇ ਤਾਂ ਗੁਰਬਾਣੀ ਦੀ ਅਯੋਗ ਵਰਤੋਂ ਕਰ ਲੈਣ ਵਿੱਚ ਦੋਸ਼ ਨਜ਼ਰ ਨਹੀਂ ਆਉਂਦਾ। ਆਓ ਅਸੀਂ ਗੁਜਰੀ ਰਾਗ ਵਿੱਚ ਉਚਾਰੇ ਹੋਏ ਗੁਰੂ ਰਾਮਦਾਸ ਚੌਥੇ ਗੁਰੂ ਨਾਨਕ ਜੀ ਦੇ ਉਸ ਪੂਰੇ ਗੁਰੂ ਸ਼ਬਦ ਦੀ ਵਿਚਾਰ ਕਰੀਏ। ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀਤਮ, ਮਿਲ ਸਤ ਸੰਗਤ ਸ਼ਬਦ ਮਨ ਮੋਹੈ। ਜਪ ਗੋਬਿੰਦ ਗੋਬਿੰਦ ਧਿਆਈਐ, ਸਭ ਕੋ ਦਾਨ ਦੇ ਪ੍ਰਭ ਉਹੈ। ਮੇਰੇ ਭਾਈ ਜਨਾ ਮੋਕੋ ਗੋਬਿੰਦ 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 ਮਨ ਮੋਹੈ। ਗੋਬਿੰਦ 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 ਗੁਣ ਗਾਵਾਂ, ਮੇਲ ਗੁਰ ਸਾਧ ਸੰਗਤ ਜਨ ਸੋਹੈ ਰਹਾਉ। ਗੁਰ ਸਾਗਰ ਹਰ ਭਗਤ ਹੈ, ਗੁਰਮਤਿ ਕੌਲਾ ਰਿੱਧ ਸਿੱਧ ਲਾਗੇ ਪਗ ਉਹੈ। ਜਨ ਕੋ ਰਾਮ ਨਾਮ ਆਧਾਰਾ, ਹਰ ਨਾਮ ਜਪਤ ਹਰ ਨਾਮੈ ਸੋਹੈ। ਦੁਰਮਤ ਭਾਗਹੀਣ ਮਤ ਫੀਕੇ, ਨਾਮ ਸੁਣਤ ਆਵੈ ਮਨ ਰੋਹੈ। ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੇ ਬਿਸ਼ਟਾ ਖਾਏ ਮੁਖ ਗੋਹੈ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੇ ਕਊਆ ਹੰਸ ਹੋਹੈ। ਨਾਨਕ ਧੰਨ ਧੰਨ ਵੱਡੇ ਵਡਭਾਗੀ, ਜਿਨ ਗੁਰਮਤਿ ਨਾਮ ਹਿਰਦੇ ਮਲ ਧੋਹੈ। ਪੰਨਾ 492। ਅਰਥ। ਸ਼ਬਦ ਦੇ ਅੰਤਰੀਵ ਭਾਵ ਰਹਾਉ ਦੀ ਤੁਕ ਵਿੱਚ ਸਤਿਗੁਰ ਜੀ ਫਰਮਾਨ ਕਰਦੇ ਹਨ ਕਿ ਹੇ ਮੇਰੇ ਭਰਾਵੋ, ਮੈਨੂੰ ਪ੍ਰਿਥਵੀ ਦਾ ਮਾਲਕ ਪ੍ਰਭੂ ਮਿਲ ਪਿਆ ਹੈ। ਗੋਬਿੰਦ ਮੇਰੇ ਮਨ ਵਿੱਚ ਖਿੱਚ ਪਾ ਰਿਹਾ ਹੈ। ਮੈਂ ਹੁਣ ਗੋਬਿੰਦ ਦੇ ਗੁਣ ਗਾ ਰਿਹਾ ਹਾਂ। ਗੁਰਸਾਧ ਦੀ ਸੰਗਤ ਵਿੱਚ ਮਿਲ ਕੇ ਅਤੇ ਪ੍ਰਭੂ ਦੇ ਗੁਣ ਗਾ ਕੇ ਮਨੁੱਖ ਸੋਹਣੇ ਆਤਮਿਕ ਜੀਵਨ ਵਾਲਾ ਬਣ ਜਾਂਦਾ ਹੈ। ਭਾਵ ਕਿਸੇ ਜਲ ਦੇ ਸਰੋਵਰ ਵਿੱਚ ਨਹਾਉਣ ਦੀ ਕੋਈ ਗੱਲ ਨਹੀਂ ਹੈ। ਰਹਾਉ। ਸਾਧ ਸੰਗਤ ਵਿੱਚ ਮਿਲ ਕੇ ਗੁਰੂ ਦੇ ਸ਼ਬਦ ਵਿੱਚ ਜੁੜਨ ਕਰਕੇ ਪ੍ਰੀਤਮ ਗੋਬਿੰਦ ਮੇਰੇ ਮਨ ਵਿੱਚ ਆ ਵਸਿਆ ਹੈ ਅਤੇ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ। ਗੋਬਿੰਦ ਦਾ ਭਜਨ ਕਰਨਾ ਚਾਹੀਦਾ ਹੈ ਅਤੇ ਉਸ ਦਾ ਹੀ ਹਰ ਵੇਲੇ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਬਿੰਦ ਸਭ ਜੀਵਾਂ ਨੂੰ ਦਾਤਾਂ ਦਿੰਦਾ ਹੈ। ਜਿਸ ਮਨੁੱਖ ਨੂੰ ਗੁਰੂ ਦੀ ਮੱਤ ਦੀ ਬਰਕਤ ਨਾਲ
ਸੁੱਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ। ਲక్ష్ਮੀ ਮਾਇਆ ਉਸ ਦੇ ਚਰਨੀ ਆ ਲੱਗਦੀ ਹੈ ਅਤੇ ਹਰੇਕ ਰਿੱਧੀ ਸਿੱਧੀ ਉਸ ਦੇ ਪੈਰੀਂ ਆ ਪੈਂਦੀ ਹੈ। ਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਉਸ ਦਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ। ਭੈੜੀ ਮੱਤ ਲੱਗੇ ਹੋਏ ਬੰਦੇ ਬਦਕਿਸਮਤ ਹੁੰਦੇ ਹਨ। ਉਹਨਾਂ ਦੀ ਆਪਣੀ ਅਕਲ ਵੀ ਹੌਲੀ ਹੀ ਰਹਿੰਦੀ ਹੈ। ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿੱਚ ਸਗੋਂ ਕ੍ਰੋਧ ਆਉਂਦਾ ਹੈ। ਅਜਿਹੇ ਮਨਮਤੀਏ ਅਜਿਹੇ ਹੁੰਦੇ ਹਨ ਜਿਵੇਂ ਕਾਂ ਅੱਗੇ ਕੋਈ ਸਵਾਦਲੇ ਭੋਜਨ ਰੱਖੀਏ ਤਾਂ ਉਸ ਨੂੰ ਖਾਣ ਦੇ ਥਾਂ ਉਹ ਵਿਸ਼ਟਾ ਖਾ ਕੇ ਆਪਣਾ ਮੂੰਹ ਗੰਦਗੀ ਵਿੱਚ ਪਾ ਕੇ ਖੁਸ਼ ਹੁੰਦਾ ਹੈ। ਭਾਵ ਭੈੜੀ ਮੱਤ ਵਾਲੇ ਮਨਮਤੀਏ ਮਨੁੱਖ ਦਾ ਮਨ ਵਿਕਾਰਾਂ ਦੀ ਗੰਦਗੀ ਵਿੱਚ ਉਵੇਂ ਹੀ ਮਸਤ ਰਹਿੰਦਾ ਹੈ ਜਿਵੇਂ ਕਾਂ ਗੰਦਗੀ ਵਿੱਚ ਖੁਸ਼ੀਆਂ ਮਾਣਦਾ ਹੈ। ਆਖਰੀ ਤੁਕ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਸਦਾ ਸਿਰ ਪ੍ਰਭੂ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਦਾ ਸਰੋਵਰ ਅੰਮ੍ਰਿਤਸਰ ਹੈ। ਉਸ ਗੁਰੂ ਸਰੋਵਰ ਵਿੱਚ ਨਹਾਤਿਆਂ ਆਤਮਿਕ ਚੁੱਭੀ ਲਾਇਆਂ ਸਦਾ ਗੰਦਗੀ ਖਾਣ ਵਾਲਾ ਕਾਂ ਵੀ ਭਾਵ ਵਿਕਾਰਾਂ ਦੀ ਗੰਦਗੀ ਨਾਲ ਭਰਿਆ ਕਾਲੇ ਮਨ ਵਾਲਾ ਮਨੁੱਖ ਅਥਵਾ ਸਦਾ ਵਿਕਾਰਾਂ ਦੇ ਗੰਧ ਵਿੱਚ ਖੁਸ਼ ਰਹਿਣਾ ਮਨੁੱਖ ਵੀ ਹੰਸ ਬਣ ਜਾਂਦਾ ਹੈ। ਹਰ ਨਾਮ ਮੋਤੀ ਦਾ ਪ੍ਰੇਮੀ ਬਣ ਜਾਂਦਾ ਹੈ। ਉਹ ਮਨੁੱਖ ਧਨ ਹਨ, ਵੱਡੇ ਭਾਗਾਂ ਵਾਲੇ ਹਨ। ਗੁਰਮਤਿ ਰਾਹੀਂ ਮਿਲਿਆ ਹਰ ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ। ਵਿਸ਼ਟਾ ਖਾਣ ਵਾਲੇ ਇਸ ਕਾਲੇ ਕਾਂ ਤੋਂ ਕਿਸੇ ਤਰ੍ਹਾਂ ਵੀ ਚਿੱਟਾ ਹੰਸ ਬਣ ਜਾਣਾ ਤਾਂ ਦੂਰ ਦੀ ਗੱਲ ਹੈ। ਗੁਰਦੇਵ ਜੀ ਦਾ ਦੂਜਾ ਫਤਵਾ ਇਹ ਹੈ ਕਿ ਕਾਂ ਸੁੱਚਾ ਵੀ ਕਦੇ ਨਹੀਂ ਹੋ ਸਕਦਾ। ਭਾਵ ਕਾਂ ਸਦਾ ਵਾਸਤੇ ਗੰਦਾ ਹੈ। ਝੂਠੇ ਕੋ ਨਾਹੀ ਪਤ ਨਾਉ ਕਬੂ ਨ ਸੂਚਾ ਕਾਲਾ ਕਾਂ ਪਿੰਜਰ ਪੰਖੀ ਬੰਧਿਆ ਕੋਏ ਸ਼ੇਰੀ ਭਰਮੈ ਮੁਕਤ ਨ ਹੋਏ ਤਉ ਛੂਟੇ ਜਾਂ ਖਸਮ ਛਡਾਏ ਗੁਰਮਤਿ ਮੇਲੇ ਭਗਤ ਦਿਰੜਾਏ। ਪੰਨਾ 839। ਅਰਥ ਗੰਦਗੀ ਵਿੱਚ ਚੁੰਝਾਂ ਪਾਈ ਰੱਖਣ ਵਾਲਾ ਕਾਲਾ ਕਾਂ ਜਿਵੇਂ ਕਦੇ ਵੀ ਸੁੱਚਾ ਨਹੀਂ ਹੋ ਸਕਦਾ, ਇਸੇ ਤਰ੍ਹਾਂ ਜਿਹੜਾ ਮਨੁੱਖ ਦੁਨੀਆ ਦੇ ਝੂਠੇ ਪਦਾਰਥਾਂ ਦਾ ਹੀ ਪ੍ਰੇਮੀ ਬਣਿਆ ਰਹਿੰਦਾ ਹੈ ਉਸ ਨੂੰ ਲੋਕ ਪਰਲੋਕ ਵਿੱਚ ਕਿਤੇ ਵੀ ਇੱਜ਼ਤ ਆਦਰ ਨਹੀਂ ਮਿਲਦਾ। ਜਿਸ ਮਨੁੱਖ ਦਾ ਮਨ ਵਿਕਾਰਾਂ ਨਾਲ ਕਾਂ ਵਾਂਗ ਕਾਲਾ ਅਥਵਾ ਗੰਦਾ ਹੋ ਜਾਵੇ ਉਹ ਕਦੇ ਵੀ ਪਵਿੱਤਰ ਨਹੀਂ ਹੋ ਸਕਦਾ। ਕੋਈ ਪੰਛੀ ਪਿੰਜਰੇ ਵਿੱਚ ਕੈਦ ਹੋ ਜਾਵੇ ਉਹ ਪਿੰਜਰੇ ਦੀਆਂ ਵਿਰਲਾਂ ਵਿੱਚ ਬੇਸ਼ੱਕ ਪਿਆ ਭਟਕੇ ਇਸ ਤਰ੍ਹਾਂ ਪਿੰਜਰੇ ਦੀ ਕੈਦ ਵਿੱਚੋਂ ਨਿਕਲ ਨਹੀਂ ਸਕਦਾ। ਤਦੋਂ ਹੀ ਪਿੰਜਰੇ ਵਿੱਚੋਂ ਖਲਾਸੀ ਪਾਉਂਦਾ ਹੈ ਜਦੋਂ ਉਸ ਦਾ ਮਾਲਕ ਉਸ ਨੂੰ ਆਜ਼ਾਦ ਕਰੇ। ਤਿਵੇਂ ਹੀ ਮਾਇਆ ਦੇ ਮੋਹ ਵਿੱਚ ਕੈਦ ਹੋਏ ਜੀਵ ਨੂੰ ਮਾਲਕ ਪ੍ਰਭੂ ਆਪ ਹੀ ਖਲਾਸੀ ਦਿੰਦਾ ਹੈ। ਪ੍ਰਭੂ ਉਸ ਨੂੰ ਗੁਰੂ ਦੀ ਮੱਤ ਵਿੱਚ ਜੋੜਦਾ ਹੈ, ਆਪਣੀ ਭਗਤੀ ਉਸ ਦੇ ਹਿਰਦੇ ਵਿੱਚ ਪੱਕੀ ਕਰ ਦਿੰਦਾ ਹੈ। ਗੁਰੂ ਦੀ ਮੱਤ 'ਤੇ ਤੁਰਨ ਦੀ ਪਰਵਾਹ ਨਾ ਕਰਕੇ ਹੋਰ ਕਈ ਤਰ੍ਹਾਂ ਦੇ ਧਰਮ ਕਰਮ ਕਰਨੇ ਉਵੇਂ ਹੀ ਹਨ ਜਿਵੇਂ ਕੈਦ ਵਿੱਚ ਪਿਆ ਪੰਛੀ ਸ਼ੇਰੀ ਭਰਮਦਾ ਹੈ, ਭਾਵ ਐਸੇ ਵਿਅਰਥ ਦੀਆਂ ਟੱਕਰਾਂ ਮਾਰਦਾ ਹੈ। ਇਸ ਤਰ੍ਹਾਂ ਕਾਂ ਵਰਗੇ ਕਾਲੇ ਤੇ ਗੰਦੇ ਹੋ ਚੁੱਕੇ ਮਨ ਵਾਲੇ ਜੀਵ ਦੀ ਵਿਕਾਰਾਂ ਤੋਂ ਮੁਕਤੀ ਕਦੇ ਨਹੀਂ ਹੋ ਸਕਦੀ। ਇਸੇ ਤਰ੍ਹਾਂ ਹੋਰ ਕਈ ਗੁਰੂ ਸ਼ਬਦ ਹਨ ਜਿਨ੍ਹਾਂ ਵਿੱਚ ਭੈੜੇ ਜੀਵ ਦੀ ਉਦਾਹਰਨ ਦੇਣ ਸਮੇਂ ਕਾਂ, ਕਊਏ ਅਥਵਾ ਕਾਗ ਦਾ ਜ਼ਿਕਰ ਹੈ। ਅਜਿਹੇ ਕੁਝ ਸ਼ਬਦ ਇਸ ਪ੍ਰਕਾਰ ਹਨ। ਜਗ ਕਊਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨ ਨਾਵੇਂ ਪਾਜ ਲਹਿਗ ਨਿਦਾਨ। ਪੰਨਾ 832। ਅਰਥ ਮਾਇਆ ਵੇੜਿਆ ਮਨੁੱਖ ਕਾਂ ਵਾਂਗ ਲੌਂ ਕਰਨ ਵਾਲਾ ਹੈ। ਨਿਰਾ ਮੂੰਹੋਂ ਜ਼ਬਾਨੀ ਆਤਮਿਕ ਜੀਵਨ ਸੂਝ ਦੱਸਦਾ ਹੈ, ਆਪਣੀ ਜੀਵਨ ਜੁਗਤ ਕਾਂ ਵਰਗੀ ਗੰਦੀ ਹੈ। ਚੁੰਝ ਗਿਆਨੀ ਦੇ ਮਨ ਵਿੱਚ ਲੋਭ, ਝੂਠ ਅਥਵਾ ਹੰਕਾਰ ਟਿਕਿਆ ਰਹਿੰਦਾ ਹੈ। ਨਾਮ ਤੋਂ ਵਾਂਝੇ ਰਹਿ ਕੇ ਧਾਰਮਿਕ ਵਿਖਾਵੇ ਵਾਲਾ ਸਾਰਾ ਪੋਲ ਆਖਰ ਉਕੜ ਜਾਂਦਾ ਹੈ। ਭਾਗ ਚੌਥਾ। ਸਤਿਗੁਰੂ ਜੀ ਵੀ ਕਾਗੋਂ ਹੰਸ ਬਣਾਉਂਦੇ ਹਨ, ਪਰ ਸਤਿਗੁਰਾਂ ਦਾ ਫਰਮਾਨ ਹੈ ਕਿ ਬਗਲੇ ਵਰਗੇ ਪਖੰਡੀ ਮਨ ਵਾਲਾ ਅਥਵਾ ਵਿਕਾਰਾਂ ਨਾਲ ਕਾਂ ਵਰਗੇ ਕਾਲੇ ਮਨ ਵਾਲਾ ਅਤੇ ਕਾਂ ਵਾਂਗ ਹੀ ਸਦਾ ਗੰਦੇ ਕੰਮਾਂ ਵਿੱਚ ਪ੍ਰਵਿਰਤ ਰਹਿਣ ਵਾਲਾ ਮਨੁੱਖ ਵੀ ਗੁਰਮੁਖ ਬਣ ਸਕਦਾ ਹੈ, ਪਰ ਕੇਵਲ ਅਤੇ ਕੇਵਲ ਤਦ ਹੀ
ਜੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ। ਕਿਸੇ ਬੇਰੀ ਦੇ ਹੇਠਲੇ ਜਲ ਵਿੱਚ ਨਹਾਉਣ ਨਾਲ ਅਜਿਹਾ ਹੋਣਾ ਭਰਮ ਹੈ। ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਪੰਨਾ 91। ਥੋੜ੍ਹੇ ਜਿਹੇ ਫਰਕ ਨਾਲ ਇਹੀ ਸ਼ਲੋਕ ਫਿਰ 1384 ਪੰਨੇ 'ਤੇ ਵੀ ਹੈ। ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਤਰੇ, ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਪੰਨਾ 1384। ਕੇਵਲ ਇਸ ਗੱਲ ਨੂੰ ਦ੍ਰਿੜ ਕਰਾਉਣ ਲਈ ਕਿ ਵਿਕਾਰਾਂ ਕਾਰਨ ਹੋਏ ਕਾਲੇ ਮਨ ਵਾਲਾ ਮਨੁੱਖ ਕੇਵਲ ਪਰਮਾਤਮਾ ਦੀ ਮਿਹਰ ਨਾਲ ਹੀ ਉੱਚੀ ਆਤਮਿਕ ਅਵਸਥਾ ਵਾਲਾ ਗੁਰਮੁਖ ਬਣ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਲੋਕ 2 ਵਾਰ ਉਚਾਰਿਆ। ਸਰੀਰ ਦਾ ਕੋੜ ਹਟਾ ਸਕਣ ਦੀ ਸ਼ਕਤੀ ਵੀ ਪ੍ਰਭੂ ਦੇ ਨਾਮ ਵਿੱਚ ਹੀ ਹੈ। ਅਜਿਹੀ ਸ਼ਕਤੀ ਕਿਸੇ ਪਾਣੀ ਵਿੱਚ ਹੋਣ ਦਾ ਭਰਮ ਬ੍ਰਾਹਮਣ ਦੀਆਂ ਕਥਾ ਕਹਾਣੀਆਂ ਵਿੱਚ ਹੀ ਹੈ। ਅੱਜ ਤੱਕ ਕਿਸੇ ਵੀ ਸਿੱਧ ਸਾਧਕ ਰੱਬ ਨਾਲ ਅਭੇਦ ਹੋਏ ਪ੍ਰਭੂ ਭਗਤ ਤ੍ਰੈਕਾਲਦਰਸ਼ੀ ਬ੍ਰਹਮ ਗਿਆਨੀ ਪੀਰ ਪੈਗੰਬਰ ਅਥਵਾ ਕਿਸੇ ਵੀ ਸੂਝ-ਬੂਝ ਵਾਲੇ ਪਸ਼ੂ ਪਾਲਕ ਜਾਂ ਜਾਨਵਰਾਂ ਦੀਆਂ ਆਦਤਾਂ ਦੇ ਖੋਜੀ ਮਨੁੱਖ ਨੇ ਇਹ ਕਦੇ ਨਾ ਪ੍ਰਚਾਰਿਆ ਹੈ ਤੇ ਨਾ ਹੀ ਕਿਤੇ ਲਿਖਿਆ ਹੈ ਕਿ ਉਸ ਨੇ ਕਦੇ ਕੋਈ ਅਜਿਹਾ ਕਾਂ ਵੇਖਿਆ ਹੈ ਜਿਸ ਨੇ ਮੁਰਦਾਰ ਵਿਸ਼ਟਾ ਅਥਵਾ ਦੁਰਗੰਧਿਤ ਭੋਜਨ ਖਾਣ ਤੋਂ ਤੌਬਾ ਕਰ ਲਈ ਹੋਵੇ। ਪਰ ਝੂਠ ਦਾ ਸੱਚ ਬਣਾ ਦੇਣ ਵਿੱਚ ਨਿਪੁੰਨ ਵਿਪਰ ਜੀ ਨੇ ਰਮਾਇਣ ਦੀ ਕਥਾ ਵਿੱਚ ਇੱਕ ਕਾਂ ਨੂੰ ਉੱਚੀ ਆਤਮਿਕ ਅਵਸਥਾ ਵਾਲਾ ਸ੍ਰੇਸ਼ਟ ਵਿਦਵਾਨ ਭਗਤ ਦਰਸਾਇਆ ਹੋਇਆ ਹੈ। ਹਰ ਵੇਲੇ ਵਿਸ਼ਨੂੰ ਭਗਵਾਨ ਜੀ ਦੀ ਸੰਗਤ ਵਿੱਚ ਰਹਿਣ ਵਾਲਾ ਪੰਖੀ ਰਾਜ ਗਰੁੜ ਭਗਵਾਨ ਵੀ ਕਾਂ ਕੋਲੋਂ ਭਗਤੀ ਦਾ ਮਾਰਗ ਸਿੱਖਦਾ ਦਰਸਾਇਆ ਹੋਇਆ ਹੈ ਅਤੇ ਕਾਂ ਆਪਣੀ ਯੋਗ ਸ਼ਕਤੀ ਦੁਆਰਾ ਗਰੁੜ ਨੂੰ ਚਤੁਰਭੁਜੀ ਭਗਵਾਨ ਦੇ ਦਰਸ਼ਨ ਕਰਾਉਂਦਾ ਹੈ। ਹਰ ਸਮੇਂ ਆਪਣਾ ਮੂੰਹ ਗੰਦਗੀ ਵਿੱਚ ਰੱਖਣ ਵਾਲਾ ਕਾਲਾ ਕਾਂ ਕਿਸੇ ਅੰਮ੍ਰਿਤ ਵਾਲੀ ਛੱਪੜੀ ਵਿੱਚ ਵੜਦਾ ਅਤੇ ਕਾਂ ਤੋਂ ਹੰਸ ਬਣਦਾ ਕੇਵਲ ਅਤੇ ਕੇਵਲ ਬ੍ਰਾਹਮਣ ਹੀ ਦਰਸਾ ਸਕਦਾ ਹੈ। ਕਾਲੇ ਕਾਂ ਤੋਂ ਹੰਸ ਬਣ ਜਾਣ ਵਾਲੇ ਪ੍ਰਕਿਰਤਕ ਨੇਮਾਂ ਵਿਰੋਧੀ ਕੌਤਕ ਨੂੰ ਗੁਰਮਤਿ ਕਿਸੇ ਹਾਲਤ ਵਿੱਚ ਵੀ ਮਾਨਤਾ ਨਹੀਂ ਦੇ ਸਕਦੀ। ਜਾਨਵਰਾਂ ਨੂੰ ਪ੍ਰਭੂ ਭਗਤ ਸਾਬਤ ਕਰਨ ਵਾਲੀਆਂ ਕਹਾਣੀਆਂ ਹਿੰਦੂ ਮਿਥਿਹਾਸ ਦਾ ਹੀ ਸ਼ਿੰਗਾਰ ਹਨ। ਗੁਰਮਤਿ ਕੇਵਲ ਮਨੁੱਖਾ ਸਰੀਰ ਨੂੰ ਹੀ ਪ੍ਰਭੂ ਮਿਲਾਪ ਦਾ ਸਾਧਨ ਮੰਨਦੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਨਕਾਲ ਇਹ ਦੇਹ ਸੰਜਰੀਆ। ਪੰਨਾ 176। ਅਥਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪੰਨਾ 12। ਬਗੁਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈਐ, ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਐ। ਪੰਨਾ 881। ਅਰਥ ਬਗੁਲਾ ਅਤੇ ਕਾਂ ਨੀਚ ਦੀ ਸੰਗਤ ਹੀ ਪਸੰਦ ਕਰਦੇ ਹਨ। ਕਾਂ ਭਲਾ ਕਿਸੇ ਅੰਮ੍ਰਿਤ ਦੀ ਛੱਪੜੀ ਵਿੱਚ ਕਿਉਂ ਵੜੇ? ਇਹ ਤਾਂ ਸਗੋਂ ਉਚੇਚਾ ਪੁੱਜ ਕੇ ਮੁਰਦਾਰ ਜਾਂ ਕਿਸੇ ਹੋਰ ਗੰਦ ਵਿੱਚ ਹੀ ਮੂੰਹ ਪਾਉਂਦੇ ਹਨ। ਗੁਰਦੇਵ ਜੀ ਸਾਨੂੰ ਅਜਿਹੀ ਕੁਸੰਗਤ ਤੋਂ ਬਚੇ ਰਹਿਣ ਦੀ ਜਾਚ ਦੱਸਦੇ ਹੋਏ ਅਰਦਾਸ ਫਰਮਾਨ ਕਰਦੇ ਹਨ, ਹੇ ਪ੍ਰਭੂ ਮੈਨੂੰ ਗੁਰੂ ਦੀ ਸੰਗਤ ਵਿੱਚ ਮਿਲਾਈ ਰੱਖ। ਗੁਰੂ ਦੀ ਸੰਗਤ ਵਿੱਚ ਮਿਲ ਕੇ ਵਿਕਾਰਾਂ ਕਾਰਨ ਹੋਏ ਕਾਂ ਵਰਗੇ ਕਾਲੇ ਮਨ ਵਾਲੇ ਅਥਵਾ ਬਗਲੇ ਵਰਗੇ ਵਿਸ਼ਵਾਸਘਾਤੀ ਚਿੱਟ ਕੱਪੜੀਏ ਭਗਤ ਤੋਂ ਹੰਸ ਗੁਰਮੁਖ ਬਣ ਜਾਈਦਾ ਹੈ। ਕਿਸੇ ਸਰੋਵਰ ਦੇ ਪਾਣੀ ਵਿੱਚ ਜਾਂ ਕਥਿਤ ਅੰਮ੍ਰਿਤ ਦੀ ਛੱਪੜੀ ਦੇ ਪਾਣੀ ਵਿੱਚ ਨਹਾਤਿਆਂ ਨਾ ਹੀ ਕਾਂ ਹੰਸ ਬਣ ਸਕਦਾ ਹੈ ਅਤੇ ਨਾ ਹੀ ਕਾਂ ਵਰਗੇ ਮਨ ਵਾਲਾ ਅਥਵਾ ਕੋਈ ਬਗਲਾ ਭਗਤ ਹੀ ਹੰਸ ਬਣ ਸਕਦਾ ਹੈ। ਗੁਰੂ ਦੀ ਸੰਗਤ ਹੀ ਅਜਿਹੇ ਕਾਲੇ ਮਨ ਵਾਲੇ ਮਨਮੁਖ ਨੂੰ ਹੰਸ ਭਾਵ ਗੁਰਮੁਖ ਬਣਾ ਸਕਦੀ ਹੈ। ਵਿਕਾਰਾਂ ਵਿੱਚ ਫਸੇ ਰਹਿਣ ਦੇ ਕਾਰਨ ਭਾਵੇਂ ਸਰੀਰ ਪਿੰਜਰ ਅਥਵਾ ਕਰੰਗ ਬਣ ਗਿਆ ਹੋਵੇ, ਫਿਰ ਵੀ ਉਹਨਾਂ ਵਿਕਾਰਾਂ ਦੀ ਖਿੱਚ ਮਨੁੱਖ ਦੇ ਮਨ ਵਿੱਚ ਬਣੀ ਹੀ ਰਹਿੰਦੀ ਹੈ। ਫਰੀਦ ਸਾਹਿਬ ਨੇ ਵਿਕਾਰਾਂ ਦੀ ਉਸ ਖਿੱਚ ਨੂੰ ਅਜਿਹਾ ਨਿਰਦਈ ਕਾਂ ਮੰਨਿਆ ਹੈ ਜਿਹੜਾ ਪਿੰਜਰ ਅਥਵਾ ਕਰੰਗ 'ਤੇ ਵੀ ਠੂੰਗੇ ਮਾਰੀ ਜਾ ਰਿਹਾ ਹੋਵੇ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂਡੈਂ ਕਾਗ, ਅਜੇ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ। ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ,
फिर देखण की आस। पन्ना 1382। ਅਰਥ, ਹੇ ਫਰੀਦ, ਇਹ ਭੌਂਕਾ ਸਰੀਰ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਪੈ ਕੇ ਡਾਢਾ ਮਾੜਾ ਹੋ ਗਿਆ ਹੈ। ਫਿਰ ਵੀ ਇਹ ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ ਜਾ ਰਹੇ ਹਨ। ਭਾਵ ਦੁਨਿਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ ਰਹੇ ਹਨ। ਵੇਖੋ, ਵਿਕਾਰਾਂ ਵਿੱਚ ਪਏ ਬੰਦੇ ਦੀ ਕਿਸਮਤ ਵੀ ਅਜੀਬ ਹੈ ਕਿ ਅਜੇ ਵੀ ਜਦੋਂ ਕਿ ਇਸ ਦਾ ਸਰੀਰ ਦੁਨੀਆ ਦੇ ਵਿਸ਼ੇ ਭੋਗ ਭੋਗ ਕੇ ਆਪਣੀ ਸੱਤਿਆ ਵੀ ਗਵਾ ਬੈਠਾ ਹੈ, ਰੱਬ ਇਸ ਤੇ ਤੁੱਠਾ ਨਹੀਂ, ਭਾਵ ਇਸ ਦੀ ਝਾਕ ਮਿਟੀ ਨਹੀਂ। ਕਾਂ ਨੇ ਪਿੰਜਰ ਵੀ ਫੋਲ ਮਾਰਿਆ ਹੈ ਅਤੇ ਸਾਰਾ ਮਾਸ ਖਾ ਲਿਆ, ਭਾਵ ਦੁਨਿਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ ਵਿਕਾਰ ਇਸ ਅੱਤ ਲਿੱਸੇ ਹੋਏ ਸਰੀਰ ਨੂੰ ਵੀ ਚੋਭਾਂ ਲਾਈ ਜਾ ਰਹੇ ਹਨ। ਇਸ ਭੌਂਕੇ ਸਰੀਰ ਦੀ ਸਾਰੀ ਸੱਤਿਆ ਇਹਨਾਂ ਨੇ ਖਿੱਚ ਲਈ ਹੈ। ਰੱਬ ਕਰਕੇ ਕੋਈ ਵਿਕਾਰ ਮੇਰੀਆਂ ਇਹਨਾਂ ਦੋਹਾਂ ਅੱਖਾਂ ਨੂੰ ਨਾ ਛੇੜੇ। ਇਹਨਾਂ ਵਿੱਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ ਰਹੇ। ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉੱਡਰ ਜਾਹੇ, ਜਿਤ ਪਿੰਜਰੈ ਮੇਰਾ ਸ਼ਾਹ ਵਸੈ, ਮਾਸ ਨ ਤਿੱਦੂ ਖਾਹੇ। ਪੰਨਾ 1382। ਅਰਥ, ਹੇ ਕਾਂ, ਮੇਰਾ ਪਿੰਜਰ ਨਾ ਠੂੰਗ। ਜੇ ਤੇਰੇ ਵੱਸ ਵਿੱਚ ਇਹ ਗੱਲ ਹੈ ਤਾਂ ਇੱਥੋਂ ਉੱਠ ਜਾ। ਜਿਸ ਸਰੀਰ ਵਿੱਚ ਮੇਰਾ ਖਸਮ ਪ੍ਰਭੂ ਵਸ ਰਿਹਾ ਹੈ, ਇਸ ਵਿੱਚੋਂ ਮਾਸ ਨਾ ਖਾ। ਭਾਵ, ਹੇ ਵਿਸ਼ਿਆਂ ਦੇ ਚਸਕੇ, ਮੇਰੇ ਇਸ ਸਰੀਰ ਨੂੰ ਚੋਭਾਂ ਲਾਉਣੀਆਂ ਛੱਡ ਦੇ, ਤਰਸ ਕਰ ਤੇ ਜਾ ਖਲਾਸੀ ਕਰ। ਇਸ ਸਰੀਰ ਵਿੱਚ ਤਾਂ ਖਸਮ ਪ੍ਰਭੂ ਦਾ ਪਿਆਰ ਵਸ ਰਿਹਾ ਹੈ। ਤੂੰ ਵਿਸ਼ੇ ਭੋਗਾਂ ਵੱਲ ਪ੍ਰੇਰਨ ਦਾ ਯਤਨ ਨਾ ਕਰ। ਸਰਵਰ ਹੰਸ ਧੁਰੇ ਹੀ ਮੇਲਾ, ਖਸਮੇ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ, ਬਗੁਲਾ ਕਾਗ ਨ ਰਹੀ ਸਰਵਰ, ਜੇ ਹੋਵੇ ਅਤ ਸਿਆਣਾ, ਉਹਨਾਂ ਰਿਜਕ ਨਾ ਪਇਓ ਉਥੇ, ਉਹਨਾਂ ਹੋਰੋ ਖਾਣਾ, ਸੱਚ ਕਮਾਣੇ ਸੱਚੋ ਪਾਈਏ, ਕੂੜੇ ਕੂੜਾ ਮਾਣਾ, ਨਾਨਕ ਤਿਨ ਕੋ ਸਤਿਗੁਰ ਮਿਲਿਆ, ਜਿਨ੍ਹਾਂ ਧੁਰੇ ਪਿਆ ਪਰਵਾਣਾ। ਅਰਥ, ਗੁਰੂ ਸਰੋਵਰ ਅਤੇ ਗੁਰਮੁਖ ਹੰਸ ਦਾ ਜੋੜ ਮੁੱਢੋਂ ਹੀ ਚੱਲਿਆ ਆਉਂਦਾ ਹੈ। ਖਸਮ ਪ੍ਰਭੂ ਨੂੰ ਇਹੀ ਗੱਲ ਚੰਗੀ ਲੱਗਦੀ ਹੈ। ਹੰਸਾਂ ਗੁਰਮੁਖਾਂ ਦੀ ਖੁਰਾਕ ਪ੍ਰਭੂ ਦੀ ਸਿਫਤ ਸਲਾਹ ਰੂਪ ਹੀਰੇ ਮੋਤੀ ਹੈ, ਜੋ ਗੁਰੂ ਸਰੋਵਰ ਵਿੱਚ ਮਿਲਦੇ ਹਨ। ਕਾਂ ਤੇ ਬਗੁਲਾ ਮਨੁੱਖ ਭਾਵੇਂ ਕਿਤਨਾ ਹੀ ਸਿਆਣਾ ਹੋਵੇ, ਉੱਥੇ ਗੁਰੂ ਦੀ ਸੰਗਤ ਵਿੱਚ ਨਹੀਂ ਰਹਿ ਸਕਦਾ, ਕਿਉਂਕਿ ਉਹਨਾਂ ਕਾਂ ਤੇ ਬਗਲੇ ਮਨਮੁੱਖਾਂ ਦੀ ਖੁਰਾਕ ਉੱਥੇ ਨਹੀਂ ਹੈ। ਉਹਨਾਂ ਦੀ ਖੁਰਾਕ ਵੱਖਰੀ ਹੀ ਹੁੰਦੀ ਹੈ। ਭਾਵ ਚੁਗਲੀ, ਨਿੰਦਿਆ, ਬਦਖੋਈ ਆਦਿ ਜਿਹਾ ਗੰਦ ਤੇ ਮੁਰਦਾਰ ਹੀ ਅਜਿਹੇ ਮਨੁੱਖ ਦੀ ਖੁਰਾਕ ਹੈ। ਜੇ ਪ੍ਰਮਾਤਮਾ ਦੀ ਬੰਦਗੀ ਰੂਪੀ ਕਮਾਈ ਕਰੀਏ ਤਾਂ ਸਦਾ ਥਿਰ ਰਹਿਣ ਵਾਲਾ ਪ੍ਰਭੂ ਮਿਲਦਾ ਹੈ, ਪਰ ਕੂੜ ਦੀ ਖੱਟੀ ਦਾ ਮਾਣ ਕੂੜ ਹੀ ਹੈ। ਪਰ ਇਹਨਾਂ ਮਨਮੁੱਖਾਂ ਦੇ ਕੀ ਵਸ, ਜਿਨ੍ਹਾਂ ਨੂੰ ਧੁਰੋਂ ਪ੍ਰਭੂ ਦੀ ਆਗਿਆ ਮਿਲੀ ਹੈ, ਉਹਨਾਂ ਨੂੰ ਹੀ ਸਤਿਗੁਰੂ ਗ੍ਰੰਥ ਸਾਹਿਬ ਜਿਹਾ ਮਹਾਨ ਸਰੋਵਰ ਮਿਲਦਾ ਹੈ। ਕੱਲਰ ਕੇਰੀ ਛਪੜੀ, ਕਊਆ ਮਲ ਮਲ ਨਾਏ, ਮਨ ਤਨ ਮੈਲਾ ਔਗਣੀ, ਚਿੰਝ ਭਰੀ ਗੰਧੀ ਆਏ, ਸਰਵਰ ਹੰਸ ਨਾ ਜਾਣਿਆ, ਕਾਗ ਕੋ ਪੰਖੀ ਸੰਗ, ਸਾਕਤ ਸਿਉ ਐਸੀ ਰੀਤ ਹੈ, ਬੂਝੋ ਗਿਆਨੀ ਰੰਗ। ਪੰਨਾ 1411। ਅਰਥ, ਵਿਕਾਰਾਂ ਦੀ ਕਾਲਖ ਨਾਲ ਕਾਂ ਵਾਂਗ ਕਾਲੇ ਹੋਏ ਮਨ ਵਾਲਾ ਮਨੁੱਖ ਵਿਕਾਰਾਂ ਦੇ ਕੱਲਰ ਦੀ ਛੱਪੜੀ ਵਿੱਚ ਬੜੇ ਸ਼ੌਂਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ। ਇਸ ਕਰਕੇ ਉਸ ਦਾ ਮਨ ਅਤੇ ਤਨ ਵਿਕਾਰਾਂ ਦੀ ਮੈਲ ਨਾਲ ਕਾਲਾ ਹੋਇਆ ਰਹਿੰਦਾ ਹੈ। ਜਿਵੇਂ ਕਾਂ ਦੀ ਚੁੰਝ ਭਰੀ ਰਹਿੰਦੀ ਹੈ, ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਵੀ ਨਿੰਦਾ ਆਦਿਕ ਨਾਲ ਭਰਿਆ ਰਹਿੰਦਾ ਹੈ। ਭੈੜੇ ਪੰਛੀ ਕਾਵਾਂ ਦੀ ਸੰਗਤ ਵਿੱਚ, ਵਿਕਾਰੀ ਬੰਦਿਆਂ ਦੀ ਸੰਗਤ ਵਿੱਚ ਪਰਮਾਤਮਾ ਦੀ ਅੰਸ਼ ਜੀਵ ਹੰਸ ਨੇ ਗੁਰੂ ਸਰੋਵਰ ਦੀ ਕਦਰ ਨਾ ਸਮਝੀ। ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੁੰਦੀ ਹੈ। ਹੇ ਆਤਮਿਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ, ਪਰਮਾਤਮਾ ਦੇ ਪ੍ਰੇਮ ਵਿੱਚ ਟਿਕ ਕੇ ਜੀਵਨ ਰਾਹ ਨੂੰ ਸਮਝ। ਜਿਹੇ ਸਿਰ ਰਚ ਰਚ ਬਾਂਧਤ ਭਾਗ, ਸੋ ਸਿਰ ਚੁੰਝ ਸਵਾਰੈ ਕਾਗ। ਪੰਨਾ 330। ਅਰਥ, ਜਿਸ ਸਿਰ ਤੇ ਮਨੁੱਖ ਸਵਾਰ ਸਵਾਰ ਕੇ ਪੱਗ ਬੰਨ੍ਹਦਾ ਹੈ, ਮੌਤ ਆਉਣ 'ਤੇ ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸਵਾਰਦੇ ਹਨ। ਭਾਗ ਪੰਜਵਾਂ।
ਹੋਰ ਅਰਥਾਂ ਵਿੱਚ ਕਉ। ਉਜਾਣੀ ਭਟਕਣਾ। ਸ਼ਬਦ ਵਿਸਾਰਨ ਤਿੰਨਾ ਠੌਰ ਨ ਠਾਉ, ਭਰਮ ਭੂਲੇ ਜਿਉ ਸੁਣਿਐ ਘਰ ਕਾਉ। ਪੰਨਾ 123। ਮਨਮੁਖ ਮਨ ਤਨ ਅੰਧ ਹੈ, ਤਿਸ ਨੂੰ ਠੌਰ ਨ ਠਾਉ। ਬਹੁ ਜੂਨੀ ਭਾਉਂਦਾ ਫਿਰੈ, ਜਿਉ ਸੁਣਿਐ ਘਰ ਕਾਉ। ਗੁਰਮਤਿ ਘਟ ਚਾਨਣਾ, ਸ਼ਬਦ ਮਿਲੇ ਹਰ ਨਾਉ। ਪੰਨਾ 30। ਓਟ ਬਿਘਨ ਤਿਸ ਲਾਗ ਤੇ, ਜਿਸ ਨੂੰ ਵਿਸਰੇ ਨਾਉ। ਨਾਨਕ ਅੰਦਨ ਬਿਲਪਤੇ, ਜਿਉ ਸੁਣਿਐ ਘਰ ਕਾਉ। ਪੰਨਾ 522। ਪਿਆਰੇ ਦੀ ਉਡੀਕ ਵਿੱਚ ਬਣੀ ਮਨ ਦੀ ਬੇਬਲਤਾ। ਪੰਥ ਨਿਹਾਰੇ ਕਾਮਣੀ, ਲੋਚਨ ਭਰੀ ਲੈ ਉਸਾਸਾ। ਉਰ ਨ ਭੀਜੈ ਪੱਗ ਨ ਖਿਸੈ, ਹਰ ਦਰਸ਼ਨ ਕੀ ਆਸਾ। ਉੱਡੋ ਨ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ ਰਹਾਉ। ਪੰਨਾ 337। ਅਰਥ, ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿੱਚ ਇਸਤਰੀ ਉਸ ਦਾ ਰਾਹ ਤੱਕਦੀ ਹੈ, ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹਨ ਤੇ ਉਹ ਉਭੇ ਸਾਹ ਲੈ ਰਹੀ ਹੈ। ਰਾਹ ਤੱਕਦਿਆਂ ਉਸ ਦਾ ਦਿਲ ਰੱਜਦਾ ਨਹੀਂ, ਪੈਰ ਖਿਸਕਦਾ ਨਹੀਂ, ਭਾਵ ਖਲੋਤੀ ਥੱਕਦੀ ਨਹੀਂ। ਇਸੇ ਤਰ੍ਹਾਂ ਹਾਲਤ ਹੁੰਦੀ ਹੈ ਉਸ ਬਿਹੜੀ ਜੀੜੇ ਦੀ, ਜਿਸ ਨੂੰ ਪ੍ਰਭੂ ਦੇ ਦੀਦਾਰ ਦੀ ਉਡੀਕ ਹੈ। ਵਿਛੜੀ ਬਿਹਬਲ ਨਾਰ ਵਾਂਗ ਜਿਵੇਂ ਇਸਤਰੀ ਆਖਦੀ ਹੈ, ਇਹ ਕਾਲੇ ਕਾਂ ਉੱਡ, ਮੈਂ ਸਦਕੇ ਜਾਵਾਂ। ਉੱਡ ਭਲਾ, ਜੇ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਪਾਵਾਂ। ਰਹਾ। ਕਾਗ ਉਡਾਵਤ ਭੁਜਾ ਪਿਰਾਨੀ, ਕਹਿ ਕਬੀਰ ਇਹ ਕਥਾ ਸਿਰਾਨੀ। ਪੰਨਾ 792। ਅਰਥ, ਕਬੀਰ ਜੀ ਫਰਮਾਉਂਦੇ ਹਨ, ਹੇ ਪਤੀ ਪ੍ਰਭੂ, ਹੁਣ ਤਾਂ ਆ ਮਿਲ। ਤੇਰੀ ਉਡੀਕ ਵਿੱਚ ਕਾਂ ਉਡਾਉਂਦਿਆਂ ਮੇਰੀ ਬਾਂਹ ਵੀ ਥੱਕ ਗਈ ਹੈ ਤੇ ਉੱਧਰੋਂ ਮੇਰੀ ਉਮਰ ਦੀ ਕਹਾਣੀ ਵੀ ਮੁੱਕਣ 'ਤੇ ਆ ਗਈ ਹੈ। ਲਗਭਗ ਸਾਰੇ ਗੁਰੂ ਸ਼ਬਦਾਂ ਵਿੱਚ ਕਾਂ ਨੂੰ ਅਜਿਹਾ ਪੰਛੀ ਨਹੀਂ ਮੰਨਿਆ ਗਿਆ ਜਿਸ ਨੂੰ ਹੰਸ ਬਣ ਜਾਣ ਦਾ ਸ਼ੌਂਕ ਉਪਜ ਸਕਦਾ ਹੋਵੇ। ਆਪਣੇ ਆਪ ਦੀ ਬਚਤ ਕਰਨ ਵਿੱਚ ਕਾਂ ਦੂਜੇ ਕਈ ਪੰਛੀਆਂ ਨਾਲੋਂ ਵੱਧ ਚਲਾਕ ਹੈ, ਪਰ ਕਾਂ ਚਿੱਟਾ ਹੰਸ ਨਾ ਕਦੇ ਬਣਿਆ ਹੈ ਅਤੇ ਨਾ ਹੀ ਕਦੇ ਬਣ ਸਕਦਾ ਹੈ। ਕਾਂ ਦੀ ਹੁਸ਼ਿਆਰੀ ਉਸ ਨੂੰ ਕਦੇ ਵੀ ਆਪਣੇ ਪਾਣੀ ਵਿੱਚ ਨਹੀਂ ਵੜਨ ਦਿੰਦੀ ਜਿਸ ਨੇ ਉਸ ਦੇ ਕਿਸੇ ਸਾਥੀ ਦੀ ਸ਼ਕਲ ਬਦਲ ਦਿੱਤੀ ਹੋਵੇ। ਫਸਲਾਂ ਦੇ ਉਜਾੜੇ ਤੋਂ ਤੰਗ ਆ ਕੇ ਕਾਵਾਂ ਨੂੰ ਮਾਰਨ ਲਈ ਕਈ ਵਾਰੀ ਜ਼ਿਮੀਂਦਾਰ ਜ਼ਹਿਰ ਨੂੰ ਕਿਸੇ ਮਿੱਠੇ ਪਦਾਰਥ ਵਿੱਚ ਰਲਾ ਕੇ ਬਾਹਰ ਰੱਖ ਦਿੰਦੇ ਹਨ, ਪਰ ਜਦ ਇੱਕ ਜਾਂ ਵੱਧ ਤੋਂ ਵੱਧ ਦੋ ਕਾਂ ਹੀ ਉਸ ਜ਼ਹਿਰ ਨੂੰ ਖਾ ਕੇ ਬੇਸੁੱਧ ਹੋ ਜਾਂਦੇ ਹਨ ਤਾਂ ਫਿਰ ਕੋਈ ਵੀ ਕਾਂ ਉਸ ਪਦਾਰਥ ਦੇ ਨੇੜੇ ਨਹੀਂ ਆਉਂਦਾ, ਸਗੋਂ ਕਾਂ ਕਾਂ ਦਾ ਰੌਲਾ ਪਾ ਕੇ ਦੂਜਿਆਂ ਨੂੰ ਹੁਸ਼ਿਆਰ ਕਰਨ ਵਿੱਚ ਰੁੱਝ ਜਾਂਦੇ ਹਨ। ਕਾਂ ਦੀ ਇਹੀ ਹੁਸ਼ਿਆਰੀ ਉਸ ਨੂੰ ਅਜਿਹੇ ਪਾਣੀ ਦੇ ਨੇੜੇ ਕਦੇ ਨਹੀਂ ਟੁੱਕਣ ਦਿੰਦੀ। ਜਿਸ ਨੇ ਕਾਂ ਨੂੰ ਕਾਂ ਨਾ ਰਹਿਣ ਦਿੱਤਾ ਅਥਵਾ ਚਿੱਟਾ ਹੰਸ ਬਣਾ ਦਿੱਤਾ ਹੋਵੇ, ਕਾਂ ਨੂੰ ਇਹ ਅਨੁਭਵ ਕਦੇ ਨਹੀਂ ਹੋ ਸਕਦਾ ਕਿ ਹੰਸ ਉਸ ਨਾਲੋਂ ਚੰਗਾ ਪੰਛੀ ਹੈ। ਮਨੁੱਖ ਹੀ ਅਜਿਹਾ ਜੀਵ ਹੈ ਜਿਸ ਦੀ ਤ੍ਰਿਸ਼ਨਾ ਕਦੇ ਨਹੀਂ ਬੁਝਦੀ। ਬਾਕੀ ਸਾਰੇ ਪਸ਼ੂ ਪੰਖੀ ਆਪਣੇ ਆਪ ਵਿੱਚ ਸੰਤੁਸ਼ਟ ਹਨ। ਸੋ ਰਜਨੀ ਵਾਲੀ ਸਾਖੀ ਵਿਚਲੀ ਇਹ ਗੱਲ ਨਿਰਮੂਲ ਹੈ ਕਿ ਰਜਨੀ ਦੇ ਕੋੜੇ ਪਤੀ ਨੇ ਅਜਿਹੇ ਕਾਂ ਵੇਖੇ ਸਨ ਜਿਹੜੇ ਛੱਪੜੀ ਵਿੱਚ ਨਹਾ ਨਹਾ ਕੇ ਚਿੱਟੇ ਹੰਸ ਬਣ ਕੇ ਉੱਡ ਰਹੇ ਸਨ। ਕਾਂ ਨੂੰ ਜਿਹੜਾ ਸੁਭਾਅ ਕਾਦਰ ਨੇ ਦਿੱਤਾ ਹੋਇਆ ਹੈ, ਉਸ ਦੇ ਆਧਾਰ 'ਤੇ ਕਾਂ ਬਾਰੇ ਅਜਿਹੀ ਕਹਾਣੀ ਸੱਚੀ ਮੰਨ ਲੈਣੀ ਗੁਰੂ ਨਾਨਕ ਜੀ ਦੀ ਸਿੱਖੀ ਨੂੰ ਕਾਲ ਖਿਲਾਉਣ ਤੁੱਲ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 3। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ 3, 4 ਅਤੇ 5ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।